ਅੱਖਾਂ ਤੋਂ ਨਾ ਦੇਖ ਸਕਣ ਵਾਲੇ ਜਾਂ ਫਿਰ ਅਪੰਗ ਵੋਟਰਸ। ਜੇਕਰ ਵੋਟਰ ਦੇਖ ਸਕਣ ਤੋਂ ਅਸਮਰੱਥ ਹੋਵੇ ਜਾਂ ਅਪਾਹਜ ਹੋਵੇ ਤਾਂ ਉਹ ਕਿਸੇ ਸਹਾਇਕ ਨੂੰ ਆਪਣੇ ਨਾਲ ਲੈ ਕੇ ਆ ਸਕਦਾ ਹੈ। ਸਹਾਇਕ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਸਹਾਇਕ ਨੂੰ ਇਹ ਘੋਸ਼ਣਾ ਪੱਤਰ ਵੀ ਦੇਣਾ ਪੈਂਦਾ ਹੈ ਕਿ ਉਹ ਇਹਨਾਂ ਵੋਟਾਂ ਦੇ ਵਿੱਚ ਕਿਸੇ ਹੋਰ ਥਾਂ ਤੇ ਕਿਸੇ ਹੋਰ ਵੋਟਰ ਦਾ ਸਹਾਇਕ ਨਹੀਂ ਬਣਿਆ ਹੈ। ਰਵੀ ਕੁਮਾਰ ਅਜਿਹੇ ਸਭ ਕੇਸਾਂ ਨੂੰ ਫਾਰਮ 14 ਵਿੱਚ ਦਰਜ ਕਰਦਾ ਹੈ। ਪੋਲਿੰਗ ਸਟਾਫ ਵਿੱਚੋਂ ਕੋਈ ਵੀ ਵੋਟਰ ਦਾ ਸਹਾਇਕ ਨਹੀਂ ਬਣ ਸਕਦਾ। ਪੜ੍ਹਿਆ ਲਿਖਿਆ ਆਸ਼ਰਿਤ ਵੋਟਰ ਹਸਤਾਖਰ ਕਰ ਸਕਦਾ ਹੈ। ਜੇਕਰ ਆਸ਼ਰਿਤ ਵੋਟਰ ਪੜ੍ਹਿਆ ਲਿਖਿਆ ਨਹੀਂ ਹੈ ਤਾਂ ਉਸਦੇ ਅੰਗੂਠੇ ਦਾ ਨਿਸ਼ਾਨ ਲਿਆ ਜਾਂਦਾ ਹੈ। ਜੇਕਰ ਉਹ ਅੰਗੂਠਾ ਲਗਾਉਣ ਦੀ ਹਾਲਤ ਵਿੱਚ ਵੀ ਨਾ ਹੋਵੇ ਤਾਂ ਉਸਦੇ ਸਹਾਇਕ ਤੇ ਹਸਤਾਖਰ ਜਾਂ ਫਿਰ ਅੰਗੂਠੇ ਦਾ ਨਿਸ਼ਾਨ ਲਗਾਇਆ ਜਾਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਰਿਮਾਰਕਸ ਵਾਲੇ ਕਾਲਮ 'ਚ ਦਰਜ ਕਰਨਾ ਪੈਂਦਾ ਹੈ ਕਿ ਵੋਟਰ ਦੀ ਥਾਂ ਤੇ ਉਸਦੇ ਸਹਾਇਕ ਦੇ ਦਸਤਖਤ ਜਾਂ ਫਿਰ ਉਸਦੇ ਅੰਗੂਠੇ ਦਾ ਨਿਸ਼ਾਨ ਲਿਆ ਗਿਆ ਹੈ। ਫਾਰਮ 17A ਵਿੱਚ ਸਹਾਇਕ ਦੇ ਪਛਾਣ ਪੱਤਰ ਦੇ ਆਖਰੀ 4 ਅੱਖਰ ਲਿਖੇ ਜਾਂਦੇ ਹਨ। ਖੱਬੇ ਹੱਥ ਦੀ ਪਹਿਲੀ ਉਂਗਲੀ ਤੋਂ ਬਿਨਾਂ ਵੋਟਰ। ਜੇਕਰ ਵੋਟਰ ਦੇ ਖੱਬੇ ਹੱਥ ਦੀ ਪਹਿਲੀ ਉਂਗਲੀ ਨਾ ਹੋਵੇ ਤਾਂ ਨਾ ਮਿਟਣਯੋਗ ਸਿਆਹੀ ਦਾ ਨਿਸ਼ਾਨ ਖੱਬੇ ਹੱਥ ਦੀ ਵਿਚਕਾਰਲੀ ਉਂਗਲੀ ਤੇ ਲਗਾ ਦਿੱਤਾ ਜਾਵੇ। ਜੇਕਰ ਉਸ ਦੀਆਂ ਹੋਰ ਉਂਗਲੀਆਂ ਵੀ ਨਾ ਹੋਣ ਤਾਂ ਇਕਸਾਰਤਾ ਅਨੁਸਾਰ ਸਿਆਹੀ ਲਗਾਈ ਜਾਵੇ। ਜੇਕਰ ਉਸ ਦੇ ਖੱਬੇ ਹੱਥ ਦੀ ਕੋਈ ਉਂਗਲੀ ਨਹੀਂ ਹੈ ਤਾਂ ਸੱਜੇ ਹੱਥ ਦੀ ਪਹਿਲੀ ਉਂਗਲੀ ਤੇ ਨਿਸ਼ਾਨ ਲਗਾ ਦਿਓ। ਜੇਕਰ ਉਸ ਦੀ ਸੱਜੇ ਹੱਥ ਦੀ ਪਹਿਲੀ ਉਂਗਲੀ ਵੀ ਨਹੀਂ ਹੈ ਤਾਂ ਅਗਲੀ ਉਂਗਲੀ ਤੇ ਇਕਸਾਰਤਾ ਅਨੁਸਾਰ ਨਿਸ਼ਾਨ ਲਗਾ ਦਿਓ। ਜੇਕਰ ਉਸ ਦੀ ਕਿਸੇ ਵੀ ਹੱਥ ਦੀ ਕੋਈ ਵੀ ਉਂਗਲੀ ਨਹੀਂ ਹੈ, ਖੱਬੇ ਜਾਂ ਸੱਜੇ ਜਿੱਥੇ ਵੀ ਸੰਭਵ ਹੋਵੇ ਨਿਸ਼ਾਨ ਲਗਾ ਦਿੱਤਾ ਜਾਵੇ। ਛੋਟੀ ਉਮਰ ਦੇ ਵੋਟਰਸ। ਜੇਕਰ ਰਵੀ ਕੁਮਾਰ ਨੂੰ ਲੱਗੇ ਕਿ ਵੋਟ ਪਾਉਣ ਆਏ ਵੋਟਰ ਦੀ ਉਮਰ ਛੋਟੀ ਲੱਗ ਰਹੀ ਹੈ ਤਾਂ ਉਹ ਵੋਟਰ ਕੋਲੋਂ ਇਹ ਘੋਸ਼ਣਾ ਪੱਤਰ ਲੈ ਸਕਦਾ ਹੈ ਕਿ ਉਹ ਚੋਣਾਂ ਵਾਲੇ ਸਾਲ ਦੀ 1 ਜਨਵਰੀ ਨੂੰ 18 ਸਾਲ ਦਾ ਹੋ ਰਿਹਾ ਹੈ। ਰਵੀ ਉਸ ਨੂੰ ਗਲਤ ਘੋਸ਼ਣਾ ਪੱਤਰ ਦੇਣ ਦੇ ਨਤੀਜਿਆਂ ਬਾਰੇ ਵੀ ਸੁਚੇਤ ਕਰੇਗਾ। ਰਵੀ ਕੁਮਾਰ ਅਜਿਹੇ ਵੋਟਰਾਂ ਦੀ ਐਨੈਕਚਰ 11 ਦੇ ਪਹਿਲੇ ਪਾਰਟ ਵਿੱਚ ਲਿਸਟ ਤਿਆਰ ਕਰੇਗਾ। ਐਨੈਕਚਰ 11 ਦੇ ਭਾਗ 2 ਦੇ ਵਿੱਚ ਅਜਿਹੇ ਵੋਟਰਾਂ ਦੀ ਲਿਸਟ ਵੀ ਬਣਾਈ ਜਾਂਦੀ ਹੈ ਜਿਹੜੇ ਘੋਸ਼ਣਾ ਪੱਤਰ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਬਿਨਾਂ ਵੋਟ ਪਾਏ ਹੀ ਚਲੇ ਜਾਂਦੇ ਹਨ। ਪ੍ਰੌਕਸੀ ਵੋਟਰਸ। ਪ੍ਰੌਕਸੀ ਵੋਟਿੰਗ ਵੀ ਇੱਕ ਵਿਸ਼ੇਸ਼ ਹਾਲਤ ਦੀ ਸਥਿਤੀ ਹੈ ਜਿਸ ਰਾਹੀਂ ਸਰਵਿਸ ਵੋਟਰ ਜਾਂ ਫਿਰ CSVs ਨੂੰ ਪ੍ਰੌਕਸੀ ਵੋਟ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਜੇਕਰ ਤੁਹਾਡੇ ਪੋਲਿੰਗ ਸਟੇਸ਼ਨ ਤੇ ਕੋਈ ਪ੍ਰੌਕਸੀ ਵੋਟਰ ਹੋਵੇ ਤਾਂ RO ਵੱਲੋਂ ਉਸ ਦਾ ਵੇਰਵਾ ਪਹਿਲਾਂ ਹੀ ਉਪਲਬਧ ਕਰਵਾਇਆ ਜਾਂਦਾ ਹੈ। ਪ੍ਰੌਕਸੀ ਵੋਟਰ ਆਮ ਵੋਟਰਾਂ ਵਾਂਗ ਹੀ ਵੋਟ ਪਾਉਂਦਾ ਹੈ, ਸਿਰਫ ਮਾਮੂਲੀ ਜਿਹੀ ਵੱਖਰਤਾ ਦੇ ਨਾਲ। ਪ੍ਰੌਕਸੀ ਵੋਟਰ ਦੇ CSV ਦਾ ਸੀਰੀਅਲ ਨੰਬਰ ਫਾਰਮ 17A ਦੇ ਦੂਸਰੇ ਕਾਲਮ ਦੇ ਵਿੱਚ ਦਰਜ ਕੀਤਾ ਜਾਂਦਾ ਹੈ। ਪ੍ਰੌਕਸੀ ਵੋਟਿੰਗ ਕਰਨ ਵਾਲੇ ਵਿਅਕਤੀ ਦੇ ਨਾ ਮਿਟਣਯੋਗ ਸਿਆਹੀ ਦਾ ਨਿਸ਼ਾਨ ਉਸ ਦੀ ਵਿਚਕਾਰਲੀ ਉਂਗਲੀ ਤੇ ਲਗਾਇਆ ਜਾਂਦਾ ਹੈ। ਤਾਂ ਜੋ ਜੇਕਰ ਉਸਨੇ ਆਪਣੀ ਵੋਟ ਪਾਉਣੀ ਹੈ ਤਾਂ ਉਸਦੀ ਪਹਿਲੀ ਉਂਗਲੀ ਆਪਣੀ ਵੋਟ ਪਾਉਣ ਦੇ ਨਿਸ਼ਾਨ ਦੇ ਲਈ ਉਪਲਬਧ ਰਵੇ। Z+ ਸੁਰੱਖਿਆ ਅਤੇ SPG ਪ੍ਰੋਟੈਕਟੀਜ਼ ਵੋਟਰ।
Z+ ਸੁਰੱਖਿਆ ਅਤੇ SPG ਪ੍ਰੋਟੈਕਟਿਵ ਵੋਟਰਸ ਦੇ ਸੁਰੱਖਿਆ ਕਰਮੀਆਂ ਨੂੰ ਵੋਟਿੰਗ ਰੂਮ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਂਦੀ ਹੈ। ਅਜਿਹੇ ਹਾਲਾਤ ਵਿੱਚ ਸੁਰੱਖਿਆ ਕਰਮੀ ਆਮ ਵਰਦੀ ਅਤੇ ਕੰਸੀਲ ਵੈਪਨਸ ਨਾਲ ਅੰਦਰ ਆ ਸਕਦੇ ਹਨ। ਜੇਕਰ ਵੋਟ ਸੂਚੀ ਵਿੱਚ ਵੋਟਰ ਦਾ ਨਾਮ ASD ਲਿਸਟ ਵਿੱਚ ਹੋਵੇ ਤਾਂ ਉਸ ਦੀ ਪਹਿਚਾਣ ਕਰਨ ਲਈ ਜ਼ਿਆਦਾ ਧਿਆਨ ਦਿੱਤਾ ਜਾਵੇ। ਇਸ ਤੋਂ ਪਹਿਲਾਂ ਕਿ ਉਹ ਵੋਟ ਪਾਵੇ, ਕੁਝ ਹੋਰ ਹਾਲਤਾਂ ਨੂੰ ਨਿਪਟਣ ਲਈ ਵੀ ਹੇਠ ਲਿਖੇ ਅਨੁਸਾਰ ਜ਼ਿੰਮੇਵਾਰੀ ਨਿਭਾਓ। ਜੇਕਰ ਕੋਈ ਵੋਟਰ ਨਿਰਧਾਰਿਤ VOTING ਪ੍ਰਕਿਰਿਆ ਨੂੰ ਮੰਨਣ ਤੋਂ ਇਨਕਾਰ ਕਰ ਰਿਹਾ ਹੋਵੇ ਜੋ ਵੋਟਾਂ ਦੀ ਗੋਪਨੀਯਤਾ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹੈ, ਤੁਹਾਡੇ ਸਮਝਾਉਣ ਦੇ ਬਾਵਜੂਦ ਵੀ ਉਹ ਨਾ ਸਮਝੇ ਤਾਂ ਉਸ ਦੀ ਵੋਟ ਸਲਿੱਪ ਵਾਪਸ ਲਈ ਜਾ ਸਕਦੀ ਹੈ ਅਤੇ ਉਸ ਨੂੰ ਵੋਟ ਪਾਉਣ ਤੋਂ ਮਨਾ ਕੀਤਾ ਜਾ ਸਕਦਾ ਹੈ। ਵੋਟਰ ਰਜਿਸਟਰ ਦੇ ਫਾਰਮ 17A ਦੇ ਵਿੱਚ ਲਿਖਿਆ ਜਾਂਦਾ ਹੈ ਕਿ ਇਸ ਵੋਟਰ ਨੂੰ ਵੋਟ ਪਾਉਣ ਨਹੀਂ ਦਿੱਤੀ ਗਈ। ਪ੍ਰੈਜ਼ਾਈਡਿੰਗ ਆਫੀਸਰ ਦੀ ਡਾਇਰੀ ਵਿੱਚ ਵੀ ਇਹ ਦਰਜ ਕੀਤਾ ਜਾਂਦਾ ਹੈ। ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਇਸ ਗੱਲ ਦੀ ਵੀ ਗੋਪਨੀਯਤਾ ਰੱਖੀ ਜਾਵੇ ਕਿ ਵੋਟਰ ਨੂੰ ਇਹ ਅਧਿਕਾਰ ਹੈ ਕਿ ਉਹ ਸਾਰੇ ਉਮੀਦਵਾਰਾਂ ਵਿੱਚੋਂ ਕਿਸੇ ਨੂੰ ਵੀ ਵੋਟ ਨਹੀਂ ਪਾਉਣਾ ਚਾਹੁੰਦਾ। ਇੱਕ ਵੋਟਰ ਜੋ ਆਪਣੇ ਵੋਟ ਨੰਬਰ ਦੀ ਐਂਟਰੀ ਕਰਨ, ਹਸਤਾਖਰ ਕਰਨ ਜਾਂ ਫਿਰ ਅੰਗੂਠਾ ਲਗਾਉਣ ਤੋਂ ਬਾਅਦ ਫੈਸਲਾ ਕਰਦਾ ਹੈ ਕਿ ਉਸਨੇ ਵੋਟ ਕਿਸੇ ਨੂੰ ਨਹੀਂ ਪਾਉਣੀ, ਤਾਂ ਤੁਸੀਂ ਉਸ ਨੂੰ ਨੋਟਾਂ ਦੀ ਆਪਸ਼ਨ ਦੇ ਬਾਰੇ ਜਾਣਕਾਰੀ ਦੇ ਸਕਦੇ ਹੋ। ਨੋਟਾਂ ਦੀ ਸਹੂਲਤ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਤਾਂ ਕਿ ਵੋਟਾਂ ਦੀ ਗੋਪਨੀਯਤਾ ਬਣੀ ਰਹੇ। PRO ਨੇ ਅਜਿਹੇ ਵੋਟਰਾਂ ਨੂੰ ਜਾਰੀ ਕੀਤੇ EDC ਇਕੱਠੇ ਕਰਨੇ ਹੁੰਦੇ ਹਨ। ਉਹਨਾਂ ਨੂੰ ਵੋਟ ਕਰਨ ਦੀ ਆਗਿਆ ਦੇਣੀ ਹੁੰਦੀ ਹੈ। ਲੋਕ ਸੇਵਕਾਂ ਨੂੰ ਜੋ ਕਿ ਚੋਣ ਡਿਊਟੀ ਤੇ ਹੁੰਦੇ ਹਨ ਨੂੰ ਅਕਸਰ ਆਪਣੇ ਵਿਧਾਨ ਸਭਾ ਹਲਕੇ ਵਿੱਚ ਵੋਟ ਨਹੀਂ ਪਾਉਣ ਦਿੱਤੀ ਜਾਂਦੀ। ਅਜਿਹੇ ਹਾਲਾਤ ਵਿੱਚ ਉਹਨਾਂ ਨੂੰ ਪੋਸਟਲ ਬੈਲਟ ਦਾ ਪ੍ਰਯੋਗ ਕਰਨਾ ਹੁੰਦਾ ਹੈ ਜਿੱਥੇ ਕਿ ਉਹਨਾਂ ਦਾ ਨਾਮ ਵੋਟ ਸੂਚੀ ਵਿੱਚ ਹੋਵੇ। ਪੋਸਟਲ ਬੈਲਟ ਪੇਪਰ ਦੀ ਸਹੂਲਤ ਰਿਟਰਨਿੰਗ ਅਫਸਰ ਦੁਆਰਾ ਚੋਣ ਦੇ ਦਿਨ ਤੋਂ ਪਹਿਲਾਂ ਦਿੱਤੀ ਜਾਂਦੀ ਹੈ। ਕਈ ਵਾਰ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਵਿੱਚ ਕਰਮਚਾਰੀਆਂ ਦੀ ਡਿਊਟੀ ਉਸੇ ਹਲਕੇ ਵਿੱਚ ਆ ਜਾਂਦੀ ਹੈ ਜਿਸ ਵਿੱਚ ਉਹਨਾਂ ਦੀ ਵੋਟ ਹੁੰਦੀ ਹੈ। ਅਜਿਹੇ ਵਿਅਕਤੀ ਚੋਣ ਡਿਊਟੀ ਸਰਟੀਫਿਕੇਟ ਰਾਹੀਂ ਆਪਣੀ ਵੋਟ ਪਾਉਂਦੇ ਹਨ। ਇੱਕ ਅਧਿਕਾਰੀ ਜਿਸ ਨੂੰ ਕਿ ਚੋਣ ਡਿਊਟੀ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਉਹ ਵੀ ਉਸੇ ਹੀ ਹਲਕੇ ਵਿੱਚ ਜੇਕਰ ਹੋਵੇ ਤਾਂ ਵੋਟ ਪਾ ਸਕਦਾ ਹੈ। ਜੇਕਰ ਕੋਈ ਅਧਿਕਾਰੀ ਕਿਸੇ ਵਿਸ਼ੇਸ਼ ਪੋਲਿੰਗ ਸਟੇਸ਼ਨ ਤੇ ਡਿਊਟੀ ਤੇ ਹੈ ਪਰ ਉਹ ਚੋਣ ਵਾਲੇ ਦਿਨ ਆਪਣੇ ਹਲਕੇ ਵਿੱਚ ਹੀ ਡਿਊਟੀ ਕਰ ਰਿਹਾ ਹੈ ਜਾਂ ਜਿਸ ਦੀ ਡਿਊਟੀ ਰੱਦ ਕੀਤੀ ਗਈ ਹੈ ਤਾਂ ਉਹ ਆਪਣੇ ਇਲਾਕੇ ਵਿੱਚ ਜਾ ਕੇ ਵੋਟ ਪਾ ਸਕਦਾ ਹੈ ਚਾਹੇ ਉਸ ਨੂੰ ਚੋਣ ਡਿਊਟੀ ਸਰਟੀਫਿਕੇਟ ਜਾਰੀ ਕੀਤਾ ਗਿਆ ਹੋਵੇ। PRO ਨੇ ਅਜਿਹੇ ਵੋਟਰਾਂ ਨੂੰ ਜਾਰੀ ਕੀਤੇ EDC ਇਕੱਠੇ ਕਰਨੇ ਹੁੰਦੇ ਹਨ। ਪ੍ਰੈਜ਼ਾਈਡਿੰਗ ਆਫੀਸਰ ਦੀ ਡਾਇਰੀ ਦੇ ਵਿੱਚ ਐਂਟਰੀ ਕਰਨੀ ਹੁੰਦੀ ਹੈ। ਫਾਰਮ 17A, 17C ਅਤੇ ਪ੍ਰੈਜ਼ਾਈਡਿੰਗ ਆਫੀਸਰ ਦੀ ਡਾਇਰੀ ਦੇ ਵਿੱਚ ਐਂਟਰੀ ਕਰਨੀ ਹੁੰਦੀ ਹੈ। ਪੋਲਿੰਗ ਪ੍ਰਕਿਰਿਆ ਰੋਕਣਾ ਜਾਂ ਰੱਦ ਕਰਨਾ। ਪੋਲਿੰਗ ਆਫੀਸਰ ਹੋਣ ਦੇ ਨਾਤੇ ਰਵੀ ਕੁਮਾਰ ਨੂੰ ਪੋਲਿੰਗ ਨੂੰ ਰੋਕਣ ਤੇ ਰੱਦ ਕਰਨ ਦਾ ਅਧਿਕਾਰ ਪ੍ਰਾਪਤ ਹੈ ਪਰ ਖਾਸ ਸਥਿਤੀਆਂ ਦੇ ਵਿੱਚ ਕਿਸੇ ਵੀ ਕਾਰਨ ਕਰਕੇ ਪੋਲਿੰਗ ਪਾਰਟੀ ਦਾ ਪੋਲਿੰਗ ਸਟੇਸ਼ਨ ਤੇ ਨਿਰਧਾਰਿਤ ਸਮੇਂ ਤੇ ਨਾ ਪਹੁੰਚਣਾ, ਕੁਦਰਤੀ ਆਫਤਾਂ ਜਿਵੇਂ ਹੜ੍ਹ, ਬਰਫ਼ਬਾਰੀ ਜਾਂ ਤੇਜ਼ ਹਵਾਵਾਂ ਦਾ ਤੂਫਾਨ, ਖਰਾਬ ਹੋਏ VOTING ਸਾਮਾਨ ਜਿਵੇਂ VOTING ਮਸ਼ੀਨ, ਇਲੈਕਟੋਰਲ ਰੋਲ ਆਦਿ ਦਾ ਪ੍ਰਾਪਤ ਨਾ ਹੋਣਾ, ਪੋਲਿੰਗ ਸਟੇਸ਼ਨ ਤੇ ਸ਼ਾਂਤੀ ਦਾ ਬੁਰੀ ਤਰ੍ਹਾਂ ਭੰਗ ਹੋਣਾ ਜਾਂ ਅਜਿਹੀ ਹਿੰਸਕ ਘਟਨਾ ਵਾਪਰ ਜਾਣਾ ਜੋ ਪੁਲਿਸ ਪਾਰਟੀ ਦੇ ਕੰਟਰੋਲ ਤੋਂ ਵੀ ਬਾਹਰ ਹੋਵੇ। ਇਹ ਨਿਰਧਾਰਿਤ ਕੀਤਾ ਗਿਆ ਹੈ ਕਿ ਜੇ ਪੋਲਿੰਗ ਆਪਣੇ ਨਿਰਧਾਰਿਤ ਸਮੇਂ ਦੇ 2 ਘੰਟੇ ਦੇ ਅੰਦਰ ਨਾ ਸ਼ੁਰੂ ਹੋਵੇ ਤਾਂ ਪੋਲਿੰਗ ਸਟੇਸ਼ਨ ਦੀ ਕਾਰਵਾਈ ਆਪਣੇ ਆਪ ਹੀ ਰੱਦ ਸਮਝੀ ਜਾਂਦੀ ਹੈ ਤਾਂ ਪੂਰੀ ਘਟਨਾ ਦੱਸਦੇ ਹੋਏ ਰਿਟਰਨਿੰਗ ਅਧਿਕਾਰੀ ਨੂੰ ਸੂਚਿਤ ਕੀਤਾ ਜਾਏ। ਹਾਜ਼ਰ ਹਰ ਵਿਅਕਤੀ ਨੂੰ ਸੂਚਿਤ ਕੀਤਾ ਜਾਏ ਕਿ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਦੀ ਅਗਲੀ ਤਾਰੀਖ ਦਿੱਤੀ ਜਾਏਗੀ। EVM ਅਤੇ ਚੋਣ ਦਾ ਹੋਰ ਸਮਾਨ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਜਾਏ ਅਤੇ ਪੋਲਿੰਗ ਏਜੰਟਾਂ ਨੂੰ ਦੱਸ ਦਿੱਤਾ ਜਾਏ ਜਿਵੇਂ ਆਮ ਚੋਣ ਖਤਮ ਹੋਈ ਹੋਵੇ।
ਭੰਗ ਹੋਈ ਚੋਣ ਦੀ ਅਗਲੀ ਮਿਤੀ ਵਿੱਚ ਸਿਰਫ ਉਹਨਾਂ ਵੋਟਰਾਂ ਨੂੰ ਵੋਟ ਪਾਉਣ ਦਿੱਤੀ ਜਾਏਗੀ ਜਿਨ੍ਹਾਂ ਦੀ ਵੋਟ ਚੋਣ ਭੰਗ ਹੋਣ ਤੋਂ ਪਹਿਲਾਂ ਨਹੀਂ ਪਾਈ ਗਈ। ਪ੍ਰੀਜ਼ਾਈਡਿੰਗ ਅਫਸਰ ਨੂੰ ਉਹੀ ਵੋਟ ਰਜਿਸਟਰ ਅਤੇ ਚੋਣ ਸੂਚੀ ਅਸਲ ਰੂਪ ਵਿੱਚ ਦਿੱਤੀ ਜਾਏਗੀ। ਇਸ ਦੇ ਨਾਲ ਹੀ ਨਵੀਂ VOTING ਮਸ਼ੀਨ ਨੂੰ ਵੋਟਾਂ ਲਈ ਵਰਤਿਆ ਜਾਏਗਾ। ਚੋਣ ਦਾ ਰੱਦ ਹੋਣਾ। ਚੋਣ ਕਮਿਸ਼ਨ ਆਪਣੇ ਪੱਧਰ ਤੇ ਚੋਣਾਂ ਨੂੰ ਰੱਦ ਕਰਕੇ ਨਵੀਆਂ ਚੋਣਾਂ ਦੀ ਘੋਸ਼ਣਾ ਕਰ ਸਕਦਾ ਹੈ। EVM ਮਸ਼ੀਨ ਕਿਸੇ ਹਾਦਸੇ ਜਾਂ ਹੋਰ ਕਾਰਨ ਕਰਕੇ ਜੇਕਰ ਨਸ਼ਟ ਹੁੰਦੀ ਹੈ ਜਾਂ ਉਸ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਸ ਤੋਂ ਨਤੀਜਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ। EVM ਵਿੱਚ ਕੋਈ ਤਕਨੀਕੀ ਖਰਾਬੀ ਕਰਕੇ VOTING ਪ੍ਰਭਾਵਿਤ ਹੁੰਦੀ ਹੈ ਜਾਂ ਬੂਥ ਉੱਪਰ ਕਿਸੇ ਤਰ੍ਹਾਂ ਦਾ ਕੋਈ ਕਬਜ਼ਾ ਹੋ ਜਾਂਦਾ ਹੈ। ਪੋਲਿੰਗ ਅਫਸਰ ਹੋਣ ਦੇ ਨਾਤੇ ਜੇ ਤੁਹਾਨੂੰ ਲੱਗੇ ਕਿ ਪੋਲਿੰਗ ਬੂਥ ਤੇ ਕਬਜ਼ਾ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਉਸੇ ਸਮੇਂ ਕੰਟਰੋਲ ਯੂਨਿਟ ਤੋਂ ਪੁਸ਼ ਬਟਨ ਦਬਾਉਣਾ ਹੈ ਅਤੇ ਉਸੇ ਵੇਲੇ ਪੁਲਿਸ ਪਾਰਟੀ ਨੂੰ ਬੁਲਾਉਣਾ ਹੈ। ਕਲੋਜ਼ ਬਟਨ ਦਬਾਉਣ ਮਗਰੋਂ VOTING ਮਸ਼ੀਨ ਤੇ ਹੋਰ VOTING ਨਹੀਂ ਹੋ ਸਕਦੀ। ਰਵੀ ਇਸ ਘਟਨਾ ਬਾਰੇ RO ਨੂੰ ਉਸੇ ਵੇਲੇ ਜਾਣੂ ਕਰਾਉਂਦਾ ਹੈ। ਇਸ ਦੀ ਜਾਣਕਾਰੀ ਚੋਣ ਕਮਿਸ਼ਨ ਨੂੰ ਵੀ ਦਿੰਦਾ ਹੈ। ਜਦੋਂ ਚੋਣ ਕਮਿਸ਼ਨ ਨਵੇਂ ਸਿਰੇ ਤੋਂ ਚੋਣ ਦੀ ਘੋਸ਼ਣਾ ਕਰਦਾ ਹੈ ਤਾਂ ਇਸ ਨੂੰ ਚੋਣਾਂ ਦੀ ਸ਼ੁਰੂਆਤ ਵਾਲੀ ਪ੍ਰਕਿਰਿਆ ਵਾਂਗ ਹੀ ਨਿਭਾਇਆ ਜਾਵੇ। ਇੱਕ ਵੋਟਰ ਨੂੰ ਮੁੜ ਤੋਂ ਵੋਟ ਪਾਉਣ ਲਈ ਕਿਹਾ ਜਾਏਗਾ। ਨਵੀਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੇ ਵੋਟਰ ਦੇ ਖੱਬੇ ਹੱਥ ਦੀ ਪਹਿਲੀ ਉਂਗਲੀ ਤੇ ਨਾ ਮਿਟਣਯੋਗ ਸਿਆਹੀ ਦਾ ਨਿਸ਼ਾਨ ਨਿਯਮ ਅਨੁਸਾਰ ਲਗਾਇਆ ਜਾਏਗਾ। ਵਾਧੂ ਪ੍ਰਬੰਧ ਮਾਈਕਰੋ ਆਬਜ਼ਰਵਰ ਹੋ ਸਕਦਾ ਹੈ ਕਿ ਤੁਹਾਡੇ ਪੋਲਿੰਗ ਸਟੇਸ਼ਨ ਤੇ ਹੋਰ ਵੱਖਰਾ ਪ੍ਰਬੰਧ ਕੀਤਾ ਜਾਏ, ਜਿਵੇਂ ਵੀਡੀਓ ਜਾਂ ਸਟਿਲ ਫੋਟੋਗ੍ਰਾਫੀ, ਮਾਈਕਰੋ ਆਬਜ਼ਰਵਰ ਦੀ ਨਿਯੁਕਤੀ ਜਾਂ ਵੈਬਕਾਸਟਿੰਗ। ਅਸੀਂ ਇਸ ਬਾਰੇ ਵਿਸਥਾਰ ਨਾਲ ਗੱਲ ਕਰਾਂਗੇ। ਮਾਈਕਰੋ ਆਬਜ਼ਰਵਰ ਕਿਸੇ ਵੀ ਭਾਰਤ ਸਰਕਾਰ ਦੇ ਕੇਂਦਰੀ ਅਧਿਕਾਰੀ ਨੂੰ ਜਿਸ ਦਾ ਕੇਡਰ ਗ੍ਰੇਡ C ਤੋਂ ਘੱਟ ਨਾ ਹੋਵੇ ਉਸ ਨੂੰ ਪੋਲਿੰਗ ਸਟੇਸ਼ਨ ਤੇ ਆਬਜ਼ਰਵਰ ਲਗਾਇਆ ਜਾ ਸਕਦਾ ਹੈ। ਮਾਈਕਰੋ ਆਬਜ਼ਰਵਰ ਆਮ ਆਬਜ਼ਰਵਰ ਨੂੰ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਜ਼ਰੂਰੀ ਸੂਚਨਾ ਦਿੰਦਾ ਹੈ। ਉਹਨਾਂ ਨੂੰ ਅਜਿਹੀ ਟ੍ਰੇਨਿੰਗ ਪਹਿਲਾਂ ਹੀ ਦਿੱਤੀ ਗਈ ਹੁੰਦੀ ਹੈ। ਮਾਈਕਰੋ ਆਬਜ਼ਰਵਰ ਲਈ ਇਹ ਜ਼ਰੂਰੀ ਹੈ ਕਿ ਉਹ ਆਪਣਾ ਨਿਯੁਕਤੀ ਪੱਤਰ ਅਤੇ ਸ਼ਨਾਖਤੀ ਕਾਰਡ ਜ਼ਿਲ੍ਹਾ ਚੋਣ ਅਧਿਕਾਰੀ ਕੋਲੋਂ ਲੈ ਲਵੇ ਅਤੇ ਆਪਣੇ ਪੋਲਿੰਗ ਟੀਮ ਦੇ ਨਾਲ ਹੀ ਨਿਰਧਾਰਿਤ ਪੋਲਿੰਗ ਸਟੇਸ਼ਨ ਤੇ ਪਹੁੰਚੇ। ਉਹ ਨਿਰਧਾਰਿਤ ਸਟੇਸ਼ਨ ਤੇ ਚੋਣ ਸ਼ੁਰੂ ਹੋਣ ਦੇ ਘੱਟੋ-ਘੱਟ 1 ਘੰਟਾ ਪਹਿਲਾਂ ਜਾਂ ਸਥਿਤੀ ਅਨੁਸਾਰ ਉਸ ਨੂੰ ਮਿਲੀਆਂ ਹਦਾਇਤਾਂ ਅਨੁਸਾਰ 1 ਦਿਨ ਪਹਿਲਾਂ ਵੀ ਪਹੁੰਚ ਸਕਦਾ ਹੈ। ਉਹ ਉਸੇ ਚੋਣ ਟੀਮ ਦੇ ਨਾਲ ਹੀ ਵਾਪਸੀ ਕਰੇਗਾ। ਉਹ ਆਪਣੀ ਵੋਟ ਚੋਣ ਡਿਊਟੀ ਸਰਟੀਫਿਕੇਟ ਜਾਂ ਪੋਸਟਲ ਬੈਲਟ ਰਾਹੀਂ ਪਾ ਸਕਦਾ ਹੈ। ਜੇਕਰ ਉਸ ਦੇ ਅਧੀਨ ਇੱਕ ਤੋਂ ਵੱਧ ਪੋਲਿੰਗ ਸਟੇਸ਼ਨ ਆਉਂਦੇ ਹੋਣ ਤਾਂ ਉਹ ਸਭ ਪੋਲਿੰਗ ਸਟੇਸ਼ਨਾਂ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਮੇਂ ਨਿਰਧਾਰਿਤ ਕਰਦਾ ਹੈ, ਵਿਜ਼ਿਟ ਕਰਦਾ ਹੈ ਅਤੇ ਵਿਜ਼ਿਟ ਸਮੇਂ ਪੋਲਿੰਗ ਏਜੰਟਾਂ ਨੂੰ ਵੀ ਸੂਚਿਤ ਕਰਦਾ ਹੈ। ਉਸ ਦੀਆਂ ਕਈ ਜ਼ਿੰਮੇਵਾਰੀਆਂ ਹੁੰਦੀਆਂ ਹਨ। ਵੱਖ-ਵੱਖ ਟ੍ਰੇਨਿੰਗ ਸ਼ੈਡਿਊਲਸ ਨੂੰ ਅਟੈਂਡ ਕਰਦਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਹਦਾਇਤਾਂ ਨੂੰ ਸਮਝਦਾ ਹੈ ਅਤੇ ਉਸੇ ਅਨੁਸਾਰ ਕਾਰਜ ਕਰਦਾ ਹੈ। RO ਤੋਂ ਸਾਰੇ ਸੰਚਾਰ ਪਲਾਨ ਦਾ ਵੇਰਵਾ ਲੈਂਦਾ ਹੈ। ਪੋਲਿੰਗ ਸਟੇਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਾ ਹੈ। ਪੋਲਿੰਗ ਪਾਰਟੀ, ਸੁਰੱਖਿਆ ਦਸਤੇ ਅਤੇ ਸਾਰੇ ਜ਼ਰੂਰੀ ਪੋਲਿੰਗ ਸਮਾਨ ਅਤੇ ਸਹੂਲਤਾਂ ਨੂੰ ਉਪਲਬਧ ਕਰਾਉਣ ਦਾ ਜਾਇਜ਼ਾ ਲੈਂਦਾ ਹੈ। ਮੌਕ ਪੋਲ ਸਮੇਂ ਹਾਜ਼ਰ ਰਹਿਣਾ, ਮੌਕ ਪੋਲ ਦਾ ਸਮਾਂ ਤੇ ਹੋਰ ਵੇਰਵੇ ਨੋਟ ਕਰਨਾ, ਮੌਕ ਪੋਲ ਡਾਟਾ ਨੂੰ EVM ਵਿੱਚੋਂ ਡਿਲੀਟ ਕਰਨਾ ਅਤੇ ਮੌਕ ਪੋਲ ਸਰਟੀਫਿਕੇਟ ਭਰਨਾ। ਮਾਈਕਰੋ ਆਬਜ਼ਰਵਰ ਦੀ ਰਿਪੋਰਟ ਦਾ ਫਾਰਮੈਟ। ਕੀ ਮਾਈਕਰੋ ਆਬਜ਼ਰਵਰ ਦੇ ਸਾਹਮਣੇ ਮੌਕ ਪੋਲ ਹੋਈ ਹੈ ਜਾਂ ਨਹੀਂ? ਕੀ ਮੌਕ ਪੋਲ ਦਾ ਡਾਟਾ EVM ਮਸ਼ੀਨ ਵਿੱਚੋਂ ਸਾਫ਼ ਕੀਤਾ ਗਿਆ ਹੈ ਜਾਂ ਅਸਲ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੀ ਗਿਣਤੀ 0 ਕੀਤੀ ਗਈ ਹੈ? ਮੌਕ ਪੋਲ ਵੇਲੇ ਕੋਈ ਰਾਜਨੀਤਿਕ ਪਾਰਟੀ ਏਜੰਟ ਹਾਜ਼ਰ ਸਨ? ਕਿ ਪੋਲਿੰਗ ਸਟੇਸ਼ਨ ਦੇ ਅੰਦਰ ਕਿਸੇ ਵੀ ਪੋਲਿੰਗ ਦੇ ਸਮੇਂ ਇੱਕ ਪਾਰਟੀ ਦੇ ਇੱਕ ਤੋਂ ਵੱਧ ਪੋਲਿੰਗ ਏਜੰਟ ਤਾਂ ਹਾਜ਼ਰ ਨਹੀਂ ਸਨ?
ਕਿ ਪੋਲਿੰਗ ਏਜੰਟਾਂ ਨੂੰ ਬੈਲਟ ਯੂਨਿਟ, ਕੰਟਰੋਲ ਯੂਨਿਟ ਅਤੇ ਹਰੀ ਪੇਪਰ ਸੀਲ ਦੇ ਨੰਬਰ ਨੋਟ ਕਰਨ ਦੀ ਇਜਾਜ਼ਤ ਸੀ ਕਿ ਅੰਦਰ ਆਉਣ ਦੇ ਪਾਸ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਸੀ ਕਿ ਕਿਸੇ ਵੀ ਵੇਲੇ ਗੈਰ ਅਧਿਕਾਰਿਤ ਵਿਅਕਤੀ ਅੰਦਰ ਤਾਂ ਨਹੀਂ ਆਉਣ ਦਿੱਤਾ ਗਿਆ, ਕਿ ਨਾ ਮਿਟਣਯੋਗ ਸਿਆਹੀ ਨੂੰ ਵੋਟਰ ਦੀ ਪਹਿਲੀ ਉਂਗਲੀ ਤੇ ਲਗਾਇਆ ਗਿਆ ਹੈ, ਕਿ ਵੋਟਰ ਰਜਿਸਟਰ ਫਾਰਮ 17A ਵਿੱਚ ਜ਼ਰੂਰੀ ਇੰਦਰਾਜ ਚੰਗੀ ਤਰ੍ਹਾਂ ਭਰੇ ਗਏ ਹਨ, ਕਿ ਪੀਓ ਆਫੀਸਰ ਅਤੇ ਪੋਲਿੰਗ ਏਜੰਟਾਂ ਕੋਲ ਪੋਸਟਲ ਬੈਲਟ ਵੋਟਾਂ ਦਾ ਰਿਕਾਰਡ ਸੀ, ਕਿ ਪੋਸਟਲ ਬੈਲਟ ਨਾਲ ਜਾਰੀ ਕੀਤਾ ਗਿਆ ਵਿਅਕਤੀ ਪੋਸਟਲ ਬੈਲਟ ਨਾਲ ਆਇਆ ਅਤੇ ਚੋਣ ਡਿਊਟੀ ਸਰਟੀਫਿਕੇਟ ਨਾਲ ਵੋਟ ਪਾਈ, ਕਿ ਪੀਓ ਅਫਸਰ ਆਪਣੀ ਡਾਇਰੀ ਵਿੱਚ ਪੋਲਿੰਗ ਸਟੇਸ਼ਨ ਦੀ ਹਰ ਘਟਨਾ ਦਾ ਰਿਕਾਰਡ ਰੱਖ ਰਿਹਾ ਹੈ, ਕਿਤੇ ਪੀਓ ਆਫੀਸਰ ਜਾਂ ਪੋਲਿੰਗ ਆਫੀਸਰ VOTING ਕੰਪਾਰਟਮੈਂਟ ਵੱਲ ਜਾ ਕੇ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਿਰਦੇਸ਼ ਤਾਂ ਨਹੀਂ ਦੇ ਰਿਹਾ, ਕਿ ਪੀਓ ਆਫੀਸਰ ਵੋਟਰ ਦੀ ਸ਼ਨਾਖਤ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਕੀਤੀ ਜਾ ਰਹੀ ਹੈ, ਕਿ ਪੋਲਿੰਗ ਏਜੰਟਾਂ ਨੂੰ ਵੋਟਾਂ ਦੇ ਰਿਕਾਰਡ ਲਈ ਫਾਰਮ 17C ਦੀਆਂ ਕਾਪੀਆਂ ਦਿੱਤੀਆਂ ਗਈਆਂ ਹਨ, ਕਿ VOTING ਕੰਪਾਰਟਮੈਂਟ ਵਿੱਚ ਜ਼ਰੂਰੀ ਗੋਪਨੀਯਤਾ ਰੱਖਣ ਦਾ ਪ੍ਰਬੰਧ ਹੈ, ਕਿ VOTING ਮਸ਼ੀਨ ਹਦਾਇਤਾਂ ਅਨੁਸਾਰ ਸੀਲ ਕੀਤੀ ਗਈ ਹੈ, ਕਿ ਕਿਸੇ ਪੋਲਿੰਗ ਏਜੰਟ ਜਾਂ ਰਾਜਨੀਤਿਕ ਪਾਰਟੀ ਵੱਲੋਂ ਸ਼ਿਕਾਇਤ ਪ੍ਰਾਪਤ ਹੋਈ ਹੈ, ਜੇ ਹੋਈ ਹੈ ਤਾਂ ਇਸ ਦਾ ਆਧਾਰ ਕੀ ਹੈ, ਕੋਈ ਹੋਰ ਘਟਨਾ ਜੋ ਤੁਸੀਂ ਦੱਸਣਾ ਚਾਹੁੰਦੇ ਹੋ, ਉਸ ਦਾ ਪੂਰਾ ਨਾਮ, ਅਹੁਦਾ, ਫੋਨ ਨੰਬਰ, ਮਿਤੀ, ਸਮਾਂ। ਪੋਲਿੰਗ ਸਟੇਸ਼ਨ ਤੇ ਚੋਣ ਵਾਲੇ ਦਿਨ ਕੈਮਰੇ ਦਾ ਪ੍ਰਯੋਗ। ਤੁਹਾਡੇ ਚੋਣ ਕੇਂਦਰ ਤੇ ਵੈਬ ਕੈਮਰੇ ਜਾਂ ਵੀਡੀਓ ਕੈਮਰੇ ਪ੍ਰਯੋਗ ਕੀਤੇ ਜਾ ਸਕਦੇ ਹਨ। ਜੇਕਰ ਤੁਹਾਡੇ ਚੋਣ ਕੇਂਦਰ ਤੇ ਵੀਡੀਓ ਕੈਮਰਾ ਵਰਤਿਆ ਜਾਂਦਾ ਹੈ ਤਾਂ ਇਸ ਲਈ ਵੱਖਰੇ ਤੌਰ ਤੇ ਵਿਅਕਤੀ ਦੀ ਨਿਯੁਕਤੀ ਹੋਵੇਗੀ। ਕੈਮਰਾ ਇਸ ਤਰ੍ਹਾਂ ਰੱਖਿਆ ਜਾਏ ਕਿ ਵੋਟਰਾਂ ਦੀ ਲਗਾਈ ਲਾਈਨ ਅਤੇ ਹੋਰ ਰਹੀ ਕਾਰਵਾਈ, ਵੋਟਰਾਂ ਦੀ ਸ਼ਨਾਖਤ, ਨਾ ਮਿਟਣਯੋਗ ਸਿਆਹੀ ਲਗਾਉਣਾ, ਸਭ ਕੁਝ ਉਸ ਵਿੱਚ ਰਿਕਾਰਡ ਹੋ ਸਕੇ। ਇਹ ਯਕੀਨੀ ਬਣਾਇਆ ਜਾ ਸਕੇ ਕਿ ਵੋਟ ਪਾਉਣ ਲਈ ਗੋਪਨੀਯਤਾ ਨੂੰ ਕੈਮਰੇ ਦੁਆਰਾ ਭੰਗ ਨਾ ਕੀਤਾ ਜਾਏ। ਕੈਮਰੇ ਦੁਆਰਾ ਕੀ ਰਿਕਾਰਡ ਕੀਤਾ ਜਾਏ? ਵੀਡੀਓਗ੍ਰਾਫਰ ਜਾਂ ਕੈਮਰਾਮੈਨ ਲਈ ਇਹ ਜ਼ਰੂਰੀ ਹੈ ਕਿ ਉਹ ਮੌਕ ਪੋਲ EVM ਦਾ ਸੀਲ ਹੋਣਾ ਪੂਰੀ ਤਰ੍ਹਾਂ ਰਿਕਾਰਡ ਕਰੇ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਜ਼ਰੂਰ ਰਿਕਾਰਡ ਕੀਤਾ ਜਾਏ ਅਤੇ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਏ। ਵੋਟਰਾਂ ਨੂੰ ਧਮਕਾਉਣਾ, ਵੋਟਰਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨਾ, ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਅੰਦਰ ਪ੍ਰਚਾਰ ਹੋਣਾ, VOTING ਕੰਪਾਰਟਮੈਂਟ ਦੀ ਸਥਿਤੀ ਸੰਬੰਧੀ, ਪੋਲਿੰਗ ਏਜੰਟਾਂ ਦੀ ਮੌਜੂਦਗੀ ਸੰਬੰਧੀ, ਮੌਕ ਪੋਲ ਨੂੰ ਮਸ਼ੀਨ ਵਿੱਚੋਂ ਹਟਾਉਣ ਸੰਬੰਧੀ, EVM ਨੂੰ ਸੀਲ ਕਰਨ ਸੰਬੰਧੀ, ਵੋਟਰ ਦੀ ਪਛਾਣ ਦੀ ਪ੍ਰਕਿਰਿਆ ਸੰਬੰਧੀ, ਵੋਟਰਾਂ ਨੂੰ ਲਾਈਨ ਵਿੱਚ ਲਗਾਉਣ ਸੰਬੰਧੀ, ਪੋਲ ਖਤਮ ਹੋਣ ਦੇ ਸਮੇਂ ਲਾਈਨਾਂ ਵਿੱਚ ਖੜੇ ਵੋਟਰਾਂ ਦੀ ਤੈਅ ਸੀਮਾ, ਪੋਲਿੰਗ ਸਟੇਸ਼ਨ ਤੇ ਵਾਪਰਨ ਵਾਲੇ ਕਿਸੇ ਵੀ ਝਗੜੇ ਸੰਬੰਧੀ, ਅਫਸਰਾਂ, ਆਬਜ਼ਰਵਰਾਂ ਅਤੇ ਹੋਰ ਵੋਟਾਂ ਨਾਲ ਸੰਬੰਧਿਤ ਅਧਿਕਾਰੀਆਂ ਜਾਂ ਮਹੱਤਵਪੂਰਨ ਵਿਅਕਤੀਆਂ ਜਾਂ ਉਮੀਦਵਾਰਾਂ ਦੇ ਆਉਣ ਸੰਬੰਧੀ, EVM ਦੇ ਬਦਲਣ ਸੰਬੰਧੀ, ਪੋਲਿੰਗ ਸਟੇਸ਼ਨ ਤੇ ਹੋਈ ਕੋਈ ਵੀ ਘਟਨਾ ਸੰਬੰਧੀ ਵੀਡੀਓ ਅਤੇ ਫੋਟੋਗ੍ਰਾਫੀ ਸਮੇਂ ਅਨੁਸਾਰ ਰਿਕਾਰਡ ਕੀਤੀ ਜਾਏ ਤਾਂ ਜੋ ਸਮੇਂ ਅਤੇ ਮਿਤੀ ਸਪਸ਼ਟ ਹੋ ਸਕੇ। ਨੋਟ: ਉਪਰੋਕਤ ਲਿਸਟ ਵਿਸਥਾਰ ਪੂਰਵਕ ਹੈ। ਇਸ ਗੱਲ ਦੀ ਜਾਣਕਾਰੀ ਰੱਖੋ ਕਿ ਤੁਹਾਡੇ ਪੋਲਿੰਗ ਸਟੇਸ਼ਨ ਤੇ DEO ਵੱਲੋਂ ਵੈਬਕਾਸਟਿੰਗ ਜਾਂ ਲਾਈਵ ਪ੍ਰਸਾਰਣ ਲਈ ਕੀ ਪ੍ਰਬੰਧ ਕੀਤੇ ਗਏ ਹਨ। ਪੋਲ ਦੀ ਸਮਾਪਤੀ। ਰਵੀ ਕੁਮਾਰ ਤੇ ਉਸ ਦੀ ਟੀਮ ਨੇ ਸਾਰਾ ਦਿਨ ਮਿਹਨਤ ਕੀਤੀ ਅਤੇ ਹੁਣ ਚੋਣ ਪ੍ਰਕਿਰਿਆ ਅੰਤਿਮ ਪੜਾਅ ਵਿੱਚ ਪਹੁੰਚ ਚੁੱਕੀ ਹੈ। ਖਤਮ ਹੋਣ ਦੇ ਨਿਸ਼ਚਿਤ ਸਮੇਂ ਤੇ PRO ਪ੍ਰੀਜ਼ਾਈਡਿੰਗ ਆਫੀਸਰ ਵੋਟ ਸਲਿੱਪਾਂ ਜਾਰੀ ਕਰੇਗਾ। ਆਖਰੀ ਵੋਟਰ ਨੂੰ ਪਰਚੀ ਨੰਬਰ 1 ਦਿੱਤੀ ਜਾਏਗੀ। ਉਦੋਂ ਤੱਕ ਵੋਟ ਪ੍ਰਕਿਰਿਆ ਜਾਰੀ ਰਹੇਗੀ ਜਦੋਂ ਤੱਕ ਉਹ ਆਪਣੀ ਆਖਰੀ ਵੋਟ ਨਹੀਂ ਪਾ ਦਿੰਦਾ। ਹੁਣ ਰਵੀ ਕੁਮਾਰ ਪੋਲ ਸਮਾਪਤੀ ਦੀ ਘੋਸ਼ਣਾ ਕਰੇਗਾ। ਚੋਣ ਪ੍ਰਕਿਰਿਆ ਦੀ ਸਮਾਪਤੀ ਤੇ EVM ਦੇ ਕੰਟਰੋਲ ਯੂਨਿਟ ਦਾ ਕਲੋਜ਼ ਬਟਨ ਦਬਾਏਗਾ। EVM ਵਿੱਚ ਕੁੱਲ ਵੋਟਾਂ ਦੀ ਗਿਣਤੀ ਨੋਟ ਕਰੇਗਾ। ਕਲੋਜ਼ ਬਟਨ ਦੇ ਉੱਪਰ ਲੀ ਕੈਪ ਲਗਾਏਗਾ। ਮਸ਼ੀਨ ਦੇ ਪਿਛਲੇ ਪਾਸੇ ਦਾ ਬਟਨ ਕੰਪਾਰਟਮੈਂਟ ਖੋਲ ਕੇ
ਬਿਜਲੀ ਸਪਲਾਈ ਦਾ ਬਟਨ ਬੰਦ ਕਰੇਗਾ, ਤਾਰ ਅਲੱਗ ਕਰੇਗਾ। ਹੁਣ CU ਕੰਟਰੋਲ ਯੂਨਿਟ ਅਤੇ BU ਬੈਲਟ ਯੂਨਿਟ ਨੂੰ ਬਕਸਿਆਂ ਵਿੱਚ ਬੰਦ ਕਰੇਗਾ। ਬਕਸਿਆਂ ਨੂੰ ਸੀਲ ਕਰਕੇ ਉਹਨਾਂ ਉੱਤੇ ਐਡਰੈਸ ਟੈਗ ਲਗਾਏਗਾ। ਹੁਣ ਰਵੀ ਫਾਰਮ C ਦੇ ਭਾਗ 17 ਵਿੱਚ ਵੋਟਾਂ ਦੇ ਲੇਖੇ ਦੀ ਡੁਪਲੀਕੇਟ ਕਾਪੀ ਬਣਵਾਏਗਾ। EVM ਤੋਂ ਰਿਕਾਰਡ ਕੀਤੇ ਗਏ ਕੁੱਲ ਵੋਟਾਂ ਦਾ ਵੇਰਵਾ ਰਜਿਸਟਰ ਵਿੱਚ ਆਪ ਵੋਟਰ ਫਾਰਮ 17A ਦੇ ਵਿੱਚ ਰਿਕਾਰਡ ਕੀਤੀ ਗਈ ਕੁੱਲ ਵੋਟਾਂ ਦੇ ਨਾਲ ਮਿਲਣਾ ਚਾਹੀਦਾ ਹੈ। ਇਹ ਮਿਲਾਨ ਕਰਨ ਵੇਲੇ ਉਹਨਾਂ ਵੋਟਰਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਜਿਨ੍ਹਾਂ ਦੇ ਨਾਮ ਵੋਟਰ ਰਜਿਸਟਰ ਵਿੱਚ ਤਾਂ ਦਰਜ ਹੋ ਚੁੱਕੇ ਹਨ ਪਰ ਕਿਸੇ ਕਰਕੇ EVM ਤੇ ਵੋਟ ਨਹੀਂ ਪਾ ਸਕੇ। ਪੋਲਿੰਗ ਸਟੇਸ਼ਨ ਤੇ ਤੁਹਾਨੂੰ ਦਿੱਤੀ ਗਈ ਗ੍ਰੀਨ ਪੇਪਰ ਸਲਿੱਪਾਂ ਦੀ ਕੁੱਲ ਗਿਣਤੀ ਅਤੇ ਉਹਨਾਂ ਦਾ ਲੜੀ ਨੰਬਰ ਫਾਰਮ 17C ਵਿੱਚ ਦਰਜ ਕਰ ਲੈਣਾ ਚਾਹੀਦਾ ਹੈ। ਗ੍ਰੀਨ ਪੇਪਰ ਸੀਲਾਂ ਅਤੇ EBCD ਲਿਖੀ ਜਾਣਕਾਰੀ ਪੇਪਰ ਸਟ੍ਰਿਪ ਸੀਲ ਦਾ ਵੇਰਵਾ ਫਾਰਮ 17C ਵਿੱਚ ਲਿਖਣਾ ਯਾਦ ਰੱਖੋ। PRO ਡਾਇਰੀ ਵਿੱਚ ਵੀ ਗ੍ਰੀਨ ਪੇਪਰ ਸੀਲਾਂ ਅਤੇ ABCD ਲਿਖੀ ਬਾਹਰੀ ਪੇਪਰ ਸਟ੍ਰਿਪ ਸੀਲਾਂ ਦਾ ਵੇਰਵਾ ਰੱਖਣਾ ਜ਼ਰੂਰੀ ਹੈ। PRO ਡਾਇਰੀ ਵਿੱਚ ਕਲੋਜ਼ ਬਟਨ ਦੇ ਦੁਆਲੇ ਲਗਾਈ ਜਾਣ ਵਾਲੀ ਸਪੈਸ਼ਲ ਟੈਗ ਦਾ ਵੀ ਵੇਰਵਾ ਰੱਖਣਾ ਜ਼ਰੂਰੀ ਹੈ ਜੋ EVM ਦੇ ਅੰਦਰੂਨੀ ਭਾਗ ਦੀ ਸੀਲਿੰਗ ਕਰਦੀ ਹੈ। ਤੁਹਾਨੂੰ ਬਹੁਤ ਧਿਆਨ ਦੇ ਨਾਲ ਫਾਰਮ C ਵੋਟਾਂ ਦਾ ਲੇਖਾ ਦਰਜ ਕਰਨਾ ਚਾਹੀਦਾ ਹੈ। ਪੋਲਿੰਗ ਖਤਮ ਹੋਣ ਉਪਰੰਤ ਸਾਰੇ ਹੀ ਪੇਪਰਾਂ ਅਤੇ ਸਮਾਨ ਜੋ ਚੋਣ ਪ੍ਰਕਿਰਿਆ ਨਾਲ ਸੰਬੰਧਿਤ ਹਨ ਉਹਨਾਂ ਨੂੰ ਨਿਰਧਾਰਿਤ ਪੈਕਟਾਂ ਵਿੱਚ ਪਾ ਦੇਣਾ ਚਾਹੀਦਾ ਹੈ। ਜੇ ਉਮੀਦਵਾਰ ਜਾਂ ਉਹਨਾਂ ਦੇ ਪੋਲਿੰਗ ਏਜੰਟ ਨਿਰਧਾਰਿਤ ਪੈਕਟਾਂ ਦੇ ਉੱਪਰ ਆਪਣੇ ਹਸਤਾਖਰ ਜਾਂ ਸੀਲ ਲਗਾਉਣਾ ਚਾਹੁੰਦੇ ਹਨ ਤਾਂ PRO ਨੂੰ ਉਹਨਾਂ ਨੂੰ ਅਜਿਹਾ ਕਰਨ ਦੇਣਾ ਚਾਹੀਦਾ ਹੈ। ਇਲੈਕਟਰਲ ਰੋਲ ਦੀਆਂ ਕਾਪੀਆਂ, ਵੋਟਰਸ ਦਾ ਰਜਿਸਟਰ ਫਾਰਮ 17A, ਵੋਟਰ ਸਲਿੱਪਾਂ, ਵਰਤੇ ਗਏ ਟੈਂਡਰ, ਬੈਲਟ ਪੇਪਰ ਅਤੇ ਟੈਂਡਰ ਵੋਟਾਂ ਦੀ ਸੂਚੀ 17B ਵਿੱਚ, ਅਣਵਰਤੇ ਟੈਂਡਰ ਬੈਲਟ ਪੇਪਰ, ਚੈਲੰਜਡ ਵੋਟਾਂ ਦੀ ਸੂਚੀ, ਅਣਵਰਤੇ ਅਤੇ ਖਰਾਬ ਪੇਪਰ ਸੀਲਾਂ ਜੇਕਰ ਹਨ, ਪੋਲਿੰਗ ਏਜੰਟਾਂ ਦੇ ਨਿਯੁਕਤੀ ਪੱਤਰ, ਕੋਈ ਵੀ ਹੋਰ ਪੇਪਰ ਜੋ PRO ਵੱਲੋਂ ਰੱਖੇ ਜਾਣੇ ਹੋਣ। ਹੇਠ ਲਿਖੇ ਪੈਕਟਾਂ ਨੂੰ EVM ਦੇ ਨਾਲ ਸਮਾਨ ਇਕੱਠਾ ਕਰਨ ਵਾਲੇ ਖੇਤਰ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਹੈ। ਰਿਕਾਰਡ ਕੀਤੀਆਂ ਵੋਟਾਂ ਦਾ ਲੇਖਾ ਅਤੇ ਪੇਪਰ ਸੀਲ ਫਾਰਮ 17C ਪ੍ਰੈਜ਼ਾਈਡਿੰਗ ਅਫਸਰ ਵੱਲੋਂ ਚੋਣ ਸ਼ੁਰੂ ਹੋਣ ਤੋਂ ਪਹਿਲਾਂ, ਚੋਣ ਦੌਰਾਨ ਅਤੇ ਚੋਣ ਦੀ ਸਮਾਪਤੀ ਤੋਂ ਬਾਅਦ ਘੋਸ਼ਣਾ ਪੱਤਰ। ਪ੍ਰੈਜ਼ਾਈਡਿੰਗ ਅਫਸਰ ਡਾਇਰੀ। ਵਿਜ਼ਿਟ ਸੀਟ ਤੇ ਆਬਜ਼ਰਵਰ ਅਤੇ PRO ਲਈ 16 ਪੁਆਇੰਟ। ਪਹਿਲਾ ਪੈਕੇਟ ਜਿਸ ਨੂੰ ਸੈਂਚੁਰੀ ਕਵਰ ਕਿਹਾ ਜਾਂਦਾ ਹੈ ਉਸ ਵਿੱਚ ਹੇਠ ਲਿਖਿਆ ਸਮਾਨ ਹੋਵੇਗਾ: ਇਲੈਕਟੋਰਲ ਰੋਲ ਦੀ ਮਾਰਕਡ ਕਾਪੀ ਦਾ ਸੀਲ ਲਿਫਾਫਾ, ਵੋਟਰਸ ਦੇ ਰਜਿਸਟਰ ਦਾ 17A ਦਾ ਸੀਲਡ ਲਿਫਾਫਾ, ਬਾਕੀ ਸਲਿੱਪਾਂ ਦਾ ਸੀਲਡ ਲਿਫਾਫਾ, ਅਣਵਰਤੇ ਟੈਂਡਰ, ਬੈਲਟ ਪੇਪਰਾਂ ਦਾ ਸੀਲਡ ਲਿਫਾਫਾ, ਵਰਤੇ ਗਏ ਟੈਂਡਰ, ਬੈਲਟ ਪੇਪਰ ਅਤੇ 17B ਵਿੱਚ ਟੈਂਡਰਡ ਵੋਟਾਂ ਦੀ ਸੂਚੀ ਦਾ ਸੀਲਡ ਲਿਫਾਫਾ। ਜੇ ਕਿਸੇ ਨਾਲ ਵੀ ਸੰਬੰਧਿਤ ਜਾਣਕਾਰੀ ਲਿਖੀ ਹੈ ਤਾਂ ਵੀ ਇਹ ਸੂਚਨਾ ਸੰਬੰਧਿਤ ਫਾਰਮ ਤੇ ਭਰ ਕੇ ਸੀਲਡ ਲਿਫਾਫੇ ਵਿੱਚ ਜਮ੍ਹਾਂ ਕਰਵਾਈ ਜਾਵੇ। ਦੂਜਾ ਪੈਕੇਟ ਜਿਸ ਨੂੰ ਨੌਨ ਸੈਂਚੁਰੀ ਕਵਰ ਕਿਹਾ ਜਾਂਦਾ ਹੈ ਉਸ ਵਿੱਚ ਹੇਠ ਲਿਖਿਆ ਸਮਾਨ ਹੋਵੇਗਾ: ਲਿਫਾਫਾ ਜਿਸ ਵਿੱਚ ਅਨਮਾਰਕਡ ਇਲੈਕਟਰੋ ਰੋਲ ਦੀ ਕਾਪੀ ਹੋਏਗੀ, ਲਿਫਾਫਾ ਜਿਸ ਵਿੱਚ ਪੋਲਿੰਗ ਏਜੰਟਾਂ ਦੇ ਨਿਯੁਕਤੀ ਪੱਤਰ ਫਾਰਮ 10 ਹੋਣ, ਇਹ ਲਿਫਾਫਾ ਸੀਲਡ ਹੋਣਾ ਚਾਹੀਦਾ ਹੈ, ਲਿਫਾਫਾ ਜਿਸ ਵਿੱਚ ਇਲੈਕਸ਼ਨ ਡਿਊਟੀ ਸਰਟੀਫਿਕੇਟ ਫਾਰਮ 12B ਹੋਵੇ, ਲਿਫਾਫਾ ਜਿਸ ਵਿੱਚ ਚੈਲੰਜਡ ਵੋਟਾਂ ਦੀ ਸੂਚੀ ਫਾਰਮ 14 ਹੋਵੇ, ਇਹ ਲਿਫਾਫਾ ਸੀਲ ਹੋਣਾ ਚਾਹੀਦਾ ਹੈ।
ਲਿਫਾਫਾ ਜਿਸ ਵਿੱਚ ਬਲਾਈਂਡ ਅਤੇ ਹੈਂਡੀਕੈਪ ਵੋਟਰਾਂ ਦੀ ਸੂਚੀ ਹੋਵੇ। ਫਾਰਮ 14 ਅਤੇ ਉਹਨਾਂ ਦੇ ਨਾਲ ਦੇ ਵਿਅਕਤੀਆਂ ਦੀ ਘੋਸ਼ਣਾ। ਲਿਫਾਫਾ ਜਿਸ ਵਿੱਚ ਵੋਟਰ ਵੱਲੋਂ ਆਪਣੀ ਉਮਰ ਦੀ ਕੀਤੀ ਘੋਸ਼ਣਾ ਅਤੇ ਅਜਿਹੇ ਵੋਟਰਾਂ ਦੀ ਸੂਚੀ ਹੋਵੇ। ਲਿਫਾਫਾ ਜਿਸ ਵਿੱਚ ਰਸੀਦ ਬੁੱਕ ਹੋਵੇ। ਚੈਲੰਜਡ ਵੋਟ ਲਈ ਚੈਲੰਜਡ ਵੋਟਰ ਵੱਲੋਂ ਕੀਤਾ ਗਿਆ ਨਗਦ ਭੁਗਤਾਨ। ਲਿਫਾਫਾ ਜਿਸ ਵਿੱਚ ਅਣਵਰਤੇ ਅਤੇ ਖਰਾਬ ਗ੍ਰੀਨ ਪੇਪਰ ਸੀਲਾਂ ਹੋਣ। ਲਿਫਾਫਾ ਜਿਸ ਵਿੱਚ ਅਣਵਰਤੀਆਂ ਅਤੇ ਖਰਾਬ ਸਟ੍ਰਿਪ ਪੇਪਰ ਸੀਲਾਂ ਹੋਣ। ਲਿਫਾਫਾ ਜਿਸ ਵਿੱਚ ਅਣਵਰਤੇ ਅਤੇ ਖਰਾਬ ਸਪੈਸ਼ਲ ਟੈਗ ਹੋਣ। ਲਿਫਾਫਾ ਜਿਸ ਵਿੱਚ ਅਣਵਰਤੀਆਂ ਵੋਟਰ ਸਲਿੱਪਾਂ ਹੋਣ। ਤੀਸਰੇ ਪੈਕੇਟ ਵਿੱਚ ਫੁਟਕਲ ਚੀਜ਼ਾਂ ਜਿਵੇਂ ਕਿ ਪ੍ਰੀਜ਼ਾਈਡਿੰਗ ਆਫੀਸਰ ਦੀ ਹੈਂਡਬੁੱਕ ਆਦਿ ਹੋਵੇ। ਇਲੈਕਟ੍ਰੋਨਿਕ ਵੋਟਿੰਗ ਮਸ਼ੀਨ। ਨਾ ਮਿਟਣਯੋਗ ਸਿਆਹੀ ਦੀ ਸ਼ੀਸ਼ੀ ਜਿਸ ਦਾ ਢੱਕਣ ਮੋਮ ਨਾਲ ਚੰਗੀ ਤਰ੍ਹਾਂ ਬੰਦ ਕੀਤਾ ਗਿਆ ਹੋਵੇ। ਸਿਆਹੀ ਵਾਲਾ ਪੈਡ। ਪ੍ਰੀਜ਼ਾਈਡਿੰਗ ਆਫੀਸਰ ਦੀ ਮੈਟਲ ਸੀਲ। ਤੀਰ ਦੇ ਨਿਸ਼ਾਨ ਵਾਲੀ ਰਬੜ ਸਟੈਂਪ। ਅਮਿਟ ਸਿਆਹੀ ਨੂੰ ਸੈੱਟ ਕਰਨ ਲਈ ਵਰਤਿਆ ਗਿਆ ਕੱਪ। ਬਾਕੀ ਸਭ ਚੀਜ਼ਾਂ ਚੌਥੇ ਪੈਕੇਟ ਵਿੱਚ ਹੋਣਗੀਆਂ। ਰਿਟਰਨਿੰਗ ਆਫੀਸਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਕੋਈ ਵੀ ਪੇਪਰ ਜਿਸ ਨੂੰ ਸੀਲਡ ਲਿਫਾਫੇ ਵਿੱਚ ਰੱਖਣਾ ਹੋਵੇ। ਮਤਦਾਨ ਦਾ ਸਮਾਨ ਸਮੇਟਣ ਸਮੇਂ ਹੇਠ ਲਿਖੀਆਂ ਗੱਲਾਂ ਨੂੰ ਯਾਦ ਰੱਖਿਆ ਜਾਵੇ। 5 ਛੋਟੇ ਲਿਫਾਫਿਆਂ ਨੂੰ ਸੀਲ ਬੰਦ ਕਰਕੇ ਵੱਡੇ ਲਿਫਾਫੇ ਵਿੱਚ ਪਾਇਆ ਜਾਵੇ। ਇਹਨਾਂ ਸੀਲਬੰਦ ਲਿਫਾਫਿਆਂ ਨੂੰ ਜਮ੍ਹਾਂ ਕੇਂਦਰ ਤੇ ਜਮ੍ਹਾਂ ਕਰਾਇਆ ਜਾਵੇ। ਆਓ ਦੁਬਾਰਾ ਸਮਝੀਏ। ਸਭ ਤੋਂ ਪਹਿਲਾਂ ਈਵੀਐਮ ਦੇ ਨਾਲ ਜਮ੍ਹਾਂ ਹੋਣ ਵਾਲੇ ਹੇਠ ਲਿਖੇ ਲਿਫਾਫਿਆਂ ਨੂੰ ਤਿਆਰ ਕੀਤਾ ਜਾਵੇ। ਪ੍ਰੀਜ਼ਾਈਡਿੰਗ ਆਫੀਸਰ ਡਾਇਰੀ, ਐਮਸੀ ਪੀਆਰਓ ਡਾਇਰੀ, ਆਵਾਗਮਨ ਚਾਰਟ, ਆਬਜ਼ਰਵਰ ਅਤੇ ਆਰਓ ਵਾਲਾ 16 ਨੰਬਰ ਫਾਰਮ। ਇਸ ਤੋਂ ਬਾਅਦ ਪੋਲਿੰਗ ਸਟੇਸ਼ਨ ਤੇ 4 ਪੈਕੇਟ ਜਮ੍ਹਾਂ ਕੇਂਦਰ ਵਿੱਚ ਜਮ੍ਹਾਂ ਕਰਾਉਣ ਲਈ ਤਿਆਰ ਕੀਤੇ ਜਾਣ, ਜੋ ਕਿ ਇਸ ਤਰ੍ਹਾਂ ਹਨ। ਇੱਕ ਪੈਕੇਟ ਜਿਸ ਉੱਪਰ ਸੈਂਚੁਰੀ ਕਵਰ ਲਿਖਿਆ ਹੋਵੇ। ਇੱਕ ਪੈਕੇਟ ਜਿਸ ਉੱਪਰ ਨੌਨ ਸਟੈਚੂਰੀ ਕਵਰ ਲਿਖਿਆ ਹੋਵੇ। ਇੱਕ ਪੈਕੇਟ ਜਿਸ ਵਿੱਚ ਹੱਥ ਪੁਸਤਕ ਅਤੇ ਫੁਟਕਲ ਸਮਾਨ ਹੋਵੇ। ਇੱਕ ਪੈਕੇਟ ਜਿਸ ਵਿੱਚ ਬਾਕੀ ਸਾਰਾ ਸਮਾਨ ਹੋਵੇ। ਸਮੱਗਰੀ ਇਕੱਠੀ ਕਰਨ ਦੀ ਜਗ੍ਹਾ। ਇਸ ਤੋਂ ਬਾਅਦ ਰਵੀ ਕੁਮਾਰ ਆਪਣੀ ਟੀਮ ਸਮੇਤ ਸੁਰੱਖਿਆ ਅਧਿਕਾਰੀਆਂ ਦੁਆਰਾ ਦਰਸਾਏ ਗਏ ਮਤਦਾਨ ਵੋਟਰ ਕੇਂਦਰਾਂ ਵਿੱਚ ਜਾਏਗਾ। ਈਵੀਐਮ ਮਸ਼ੀਨ ਅਤੇ ਵੋਟ ਸੰਬੰਧੀ ਪੇਪਰ ਬਿਨਾਂ ਦੇਰੀ ਤੋਂ 71 ਕੇਂਦਰ ਤੇ ਜਮ੍ਹਾਂ ਕਰਾਉਣੇ ਹੁੰਦੇ ਹਨ। ਕਿਸੇ ਕਾਰਨ ਦੇਰੀ ਹੋਣ ਤੇ ਇਲੈਕਸ਼ਨ ਕਮਿਸ਼ਨ ਜੇ ਸਮਝੇ ਤਾਂ ਕਾਰਵਾਈ ਕਰ ਸਕਦਾ ਹੈ। ਰਵੀ ਨੂੰ ਚਾਹੀਦਾ ਹੈ ਕਿ ਹੇਠ ਲਿਖੀਆਂ ਆਈਟਮਾਂ 71 ਕੇਂਦਰ ਤੇ ਜਮ੍ਹਾਂ ਕਰਵਾਵੇ, ਮੋਹਰ ਸਹਿਤ ਰਸੀਦ ਪ੍ਰਾਪਤ ਕਰੇ। ਵੋਟਿੰਗ ਮਸ਼ੀਨ ਦੀ ਕੰਟਰੋਲ ਯੂਨਿਟ ਅਤੇ ਬੈਲਟ ਯੂਨਿਟ ਨੂੰ ਅਲੱਗ-ਅਲੱਗ ਅਟੈਚੀ ਵਿੱਚ ਪਾ ਕੇ ਅਤੇ ਸੀਲ ਲਗਾ ਕੇ ਦੇਵੇ। ਬੰਦ ਲਿਫਾਫੇ ਵਿੱਚ ਵੋਟਾਂ ਦਾ ਹਿਸਾਬ ਅਤੇ ਪੇਪਰ ਸੀਲ ਦਾ ਹਿਸਾਬ ਜਾਂ ਫਾਰਮ 17C ਪਾ ਕੇ ਦੇਵੋ। ਪ੍ਰੀਜ਼ਾਈਡਿੰਗ ਆਫੀਸਰ ਵੱਲੋਂ ਕੀਤੀ ਗਈ ਘੋਸ਼ਣਾ ਸੰਬੰਧੀ ਪੇਪਰ ਬੰਦ ਲਿਫਾਫੇ ਵਿੱਚ ਪਾ ਕੇ ਦੇਵੋ। ਪ੍ਰੀਜ਼ਾਈਡਿੰਗ ਆਫੀਸਰ ਦੀ ਡਾਇਰੀ ਲਿਫਾਫੇ ਵਿੱਚ ਬੰਦ ਕਰਕੇ ਦੇਵੋ। ਆਵਾਗਮਨ ਸ਼ੀਟ ਅਤੇ 16 ਲੜੀ ਵਾਲੀ ਸ਼ੀਟ। ਸੈਚੂਰੀ ਕਵਰ ਵਾਲਾ ਸੀਲ ਬੰਦ ਪਹਿਲਾ ਲਿਫਾਫਾ। ਨੌਨ ਸੈਚੂਰੀ ਵਾਲਾ ਦੂਜਾ ਲਿਫਾਫਾ। ਫੁਟਕਲ ਸਮਾਨ ਵਾਲਾ ਤੀਜਾ ਲਿਫਾਫਾ। ਕੋਈ ਹੋਰ ਬਾਕੀ ਸਮਾਨ ਵਾਲਾ ਚੌਥਾ ਲਿਫਾਫਾ। ਵੋਟਿੰਗ ਵਾਲੇ ਹਿੱਸੇ ਦਾ ਸਮਾਨ। ਲਾਲਟੇਨ ਜੇਕਰ ਦਿੱਤੀ ਗਈ ਹੋਵੇ। ਸਟੇਸ਼ਨਰੀ ਅਤੇ ਹੋਰ ਬਾਕੀ ਕਾਗਜ਼ ਜੇ ਦਿੱਤੇ ਗਏ ਹੋਣ। ਪਲਾਸਟਿਕ ਦਾ ਥੈਲਾ ਜਾਂ ਪਟਸਨ ਦਾ ਥੈਲਾ ਜੋ ਕਿ ਪੋਲਿੰਗ ਸਮਾਨ ਲਈ ਦਿੱਤਾ ਗਿਆ ਹੋਵੇ। ਪਾਰਟੀ ਦਾ ਕੰਮ ਉਸ ਵੇਲੇ ਖਤਮ ਹੋ ਜਾਂਦਾ ਹੈ ਜਦੋਂ ਸਾਰਾ ਸਮਾਨ ਤਸੱਲੀ ਬਖਸ਼ ਤਰੀਕੇ ਦੇ ਨਾਲ 71 ਕੇਂਦਰ ਤੇ ਜਮ੍ਹਾਂ ਕਰਵਾ ਦਿੱਤਾ ਜਾਂਦਾ ਹੈ। ਦੁਹਰਾਈ। ਜਿਵੇਂ ਕਿ ਰਵੀ ਕੁਮਾਰ ਨੂੰ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਸ ਨੂੰ ਆਪਣੀ ਜ਼ਿੰਮੇਵਾਰੀ ਦੀ ਇੱਕ ਲਿਸਟ ਸਮਝ ਲੈਣੀ ਚਾਹੀਦੀ ਹੈ। ਉਸ ਦੀ ਇਹ ਲਿਸਟ ਹਰੇਕ ਪੋਲ ਆਦਮੀ ਦਾ ਕੰਮ ਚੰਗੀ ਤਰ੍ਹਾਂ ਦਰਸਾਉਂਦੀ ਹੈ। ਉਹ ਸਾਰੀਆਂ ਰਿਹਰਸਲਾਂ ਵਿੱਚ ਹਿੱਸਾ ਲਵੇ ਅਤੇ ਸਾਰਾ ਸਮਾਨ ਪ੍ਰਾਪਤ ਕਰੇ। ਮਸ਼ੀਨ ਨੂੰ ਚਲਾ ਕੇ ਵੇਖੇ ਕਿ ਉਹ ਕੰਮ ਕਰਦੀ ਹੈ। ਸਾਰੇ ਫਾਰਮ ਅਤੇ ਸਟੇਸ਼ਨਰੀ ਨੂੰ ਚੈੱਕ ਕਰੋ। ਵੋਟਾਂ ਪੈਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਪਹੁੰਚੋ।
ਪੋਲਿੰਗ ਸਟੇਸ਼ਨ ਤੇ ਪਹੁੰਚ ਕੇ ਉੱਥੇ ਦੇ ਇੰਤਜ਼ਾਮ ਦਾ ਮੁਆਇਨਾ ਕਰੋ। ਖਾਸ ਕਰਕੇ ਬੂਥ ਦੀ ਸੁਰੱਖਿਆ ਦੇ ਪ੍ਰਬੰਧ ਦਾ ਜਾਇਜ਼ਾ ਲੈਣਾ ਜ਼ਰੂਰੀ ਹੁੰਦਾ ਹੈ। ਪੱਕਿਆ ਕਰੋ ਕਿ ਜੇਕਰ ਕੋਈ ਕਮੀ ਹੈ ਤਾਂ ਚੋਣ ਕਾਨੂੰਨ ਆਪਣਾ ਕੰਮ ਕਰੇਗਾ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਈਵੀਐਮ ਮਸ਼ੀਨ ਨੂੰ ਸਥਾਪਿਤ ਕਰੋ। ਬਨਾਵਟੀ ਵੋਟ ਪਵਾਈ ਜਾਵੇ, ਮੋਕ ਪੋਲ ਕਰਾਈ ਜਾਵੇ ਅਤੇ ਉਹ ਉਮੀਦਵਾਰ ਅਤੇ ਉਸਦੇ ਨੁਮਾਇੰਦਿਆਂ ਨੂੰ ਦਿਖਾਈ ਜਾਵੇ। ਇਹ ਪੱਕਾ ਦੇਖ ਲਿਆ ਜਾਵੇ ਕਿ ਈਵੀਐਮ ਸਹੀ ਕੰਮ ਕਰ ਰਹੀ ਹੈ। ਵੋਟਾਂ ਦੌਰਾਨ ਬਾਹਰ ਨਿਕਲ ਕੇ ਦੇਖਿਆ ਜਾਵੇ, ਭਾਵ ਖਾਸ ਵੋਟਰ ਅਤੇ ਉਹ ਔਰਤਾਂ ਜਿਨ੍ਹਾਂ ਦੇ ਨਾਲ ਬੱਚੇ ਹਨ ਉਹਨਾਂ ਨੂੰ ਪਹਿਲ ਦਿੱਤੀ ਜਾਵੇ। ਸਹੀ ਤਰੀਕੇ ਨਾਲ ਵੇਖਿਆ ਜਾਵੇ। ਜੇਕਰ ਕੋਈ ਚੈਲੰਜਡ ਵੋਟ, ਟੈਂਡਰ ਵੋਟ ਅਤੇ ਪ੍ਰੌਕਸੀ ਵੋਟ ਪੈਂਦੀ ਹੈ ਤਾਂ ਉਸ ਦਾ ਹੱਲ ਕੀਤਾ ਜਾਵੇ। ਜੇਕਰ ਕਿਸੇ ਖਾਸ ਕਾਰਨਾਂ ਕਰਕੇ ਜਾਂ ਕੁਦਰਤੀ ਆਫਤ ਕਾਰਨ ਜਾਂ ਕੁਝ ਸਮੇਂ ਲਈ ਵੋਟਾਂ ਪਾਉਣ ਨੂੰ ਰੋਕ ਦਿੱਤਾ ਜਾਵੇ, ਜੇ ਵੋਟ ਤੇ ਕਬਜ਼ਾ ਕਰ ਲਿਆ ਜਾਵੇ ਤਾਂ ਈਵੀਐਮ ਤੇ ਸੀਯੂ ਦੇ ਬੰਦ ਕਰਨ ਵਾਲੇ ਬਟਨ ਨੂੰ ਦਬਾਓ। ਜੇਕਰ ਇਲੈਕਸ਼ਨ ਕਮਿਸ਼ਨ ਤਾਜ਼ੀ ਵੋਟ ਦਾ ਹੁਕਮ ਦਿੰਦਾ ਹੈ ਜਾਂ ਵੋਟਾਂ ਦਾ ਕੰਮ ਰੋਕਣ ਲਈ ਕਹਿੰਦਾ ਹੈ ਤਾਂ ਇਸ ਨੂੰ ਅਸਲੀ ਵੋਟਾਂ ਹੀ ਸਮਝਿਆ ਜਾਵੇ। ਈਵੀਐਮ ਮਸ਼ੀਨ ਅਤੇ ਬਾਕੀ ਦੇ ਵੋਟਾਂ ਸੰਬੰਧੀ ਪੇਪਰਾਂ ਨੂੰ ਉਹਨਾਂ ਦੇ ਪੈਕਟਾਂ ਵਿੱਚ ਪਾ ਕੇ ਸੀਲ ਕਰੋ। ਜਿਸ ਤਰ੍ਹਾਂ ਘਟਨਾ ਵਾਪਰਦੀ ਹੈ ਉਸ ਤਰ੍ਹਾਂ ਹੀ ਪ੍ਰੀਜ਼ਾਈਡਿੰਗ ਅਫਸਰ ਦੀ ਡਾਇਰੀ ਵਿੱਚ ਲਿਖੀ ਜਾਵੇ। ਬਿਨਾਂ ਕਿਸੇ ਦੇਰ ਤੋਂ ਜਮ੍ਹਾਂ ਕੇਂਦਰ ਵਿੱਚ ਜਮ੍ਹਾਂ ਕਰਵਾਈ ਜਾਵੇ। ਹੇਠਾਂ ਲਿਖੀਆਂ ਭੁੱਲਾਂ ਨਾ ਕੀਤੀਆਂ ਜਾਣ। ਅਸਲ ਮਤਦਾਨ ਸ਼ੁਰੂ ਹੋਣ ਤੋਂ ਪਹਿਲਾਂ ਮੋਕ ਪੋਲ ਦਾ ਡਾਟਾ ਕਲੀਅਰ ਕਰ ਦਿੱਤਾ ਜਾਵੇ। ਇਸ ਗੱਲ ਦਾ ਸਰਟੀਫਿਕੇਟ ਲਿਆ ਜਾਵੇ ਕਿ ਉਹਨਾਂ ਦੇ ਸਾਹਮਣੇ ਮੋਕ ਪੋਲ ਕਰਵਾਈ ਗਈ। ਬੰਦ ਬਟਨ ਨੂੰ ਉਦੋਂ ਤੱਕ ਨਾ ਦਬਾਇਆ ਜਾਵੇ ਜਦੋਂ ਤੱਕ ਕਿ ਇਹ ਨਿਸ਼ਚਿਤ ਰੂਪ ਵਿੱਚ ਪੱਕਾ ਨਾ ਕੀਤਾ ਜਾਵੇ ਕਿ ਵੋਟਾਂ ਪੈ ਚੁੱਕੀਆਂ ਹਨ। ਸਹੀ ਤਰੀਕੇ ਨਾਲ CU ਅਤੇ BU ਸੀਲ ਟੈਗ ਨੂੰ ਲਗਾਇਆ ਜਾਵੇ ਅਤੇ ਪ੍ਰੀਜ਼ਾਈਡਿੰਗ ਆਫੀਸਰ ਦੀ ਡਾਇਰੀ ਨੂੰ ਪੂਰਾ ਕੀਤਾ ਜਾਵੇ। ਫਾਰਮ ਨੰਬਰ 17C ਨੂੰ ਬਹੁਤ ਧਿਆਨਪੂਰਵਕ ਤਰੀਕੇ ਨਾਲ ਪੂਰਾ ਕੀਤਾ ਜਾਏ। ਯਾਦ ਰੱਖੋ, ਪ੍ਰੀਜ਼ਾਈਡਿੰਗ ਆਫੀਸਰ ਹਰ 2 ਘੰਟਿਆਂ ਬਾਅਦ ਆਪਣੇ RO ਨੂੰ SMS ਅਤੇ ਫੋਨ ਰਾਹੀਂ ਵੋਟਾਂ ਬਾਰੇ ਸੂਚਿਤ ਕਰੇਗਾ। ਵੋਟ ਦਾ ਅਧਿਕਾਰ ਨਾਗਰਿਕਾਂ ਦੀ ਸਸ਼ਕਤਤਾ ਦੀ ਨਿਸ਼ਾਨੀ ਹੈ, ਪਰ ਇਹ ਸਸ਼ਕਤੀਕਰਨ ਪੋਲਿੰਗ ਪਰਸੋਨਲਜ਼ ਦੀ ਕਾਰਗੁਜ਼ਾਰੀ ਸਦਕਾ ਹੀ ਸੰਭਵ ਹੋ ਪਾਉਂਦੀ ਹੈ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਆਧਾਰ ਬਣਦੀ ਹੈ ਆਪ ਸਭਨਾਂ ਦੀ, ਯਾਨੀ ਪੋਲਿੰਗ ਪਰਸੋਨਲਜ਼ ਦੀ ਸਖਤ ਮਿਹਨਤ। ਇਸ ਲਈ ਇਸ ਕਾਰਜ ਨੂੰ ਸਿਰਫ ਇੱਕ ਡਿਊਟੀ ਨਾ ਸਮਝਦੇ ਹੋਏ ਸਗੋਂ ਮਾਣ ਭਰੀ ਜ਼ਿੰਮੇਵਾਰੀ ਦੀ ਤਰ੍ਹਾਂ ਨਿਭਾਇਆ ਜਾਣਾ ਚਾਹੀਦਾ ਹੈ।